ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪ੍ਰੋਟੋਕਾਲ ਹੈ। ਉੱਥੇ ਅਦਬ ਦੇ ਵਿੱਚ ਕੌਣ ਸੀਗਾ ਪਹਿਲੇ ਤਾਂ ਇਹ ਪਤਾ ਕੀਤਾ ਜਾਏ, ਜਿਹਦੀ ਮੈਨੂੰ ਕੋਈ ਜ਼ਿਆਦਾ ਮਨਸ਼ਾ ਨਹੀਂ ਲੱਗ ਰਹੀ। ਕਿਉਂਕਿ ਜੇਕਰ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿ ਇਹ ਹੁਣ ਇਸ ਵੇਲੇ ਹਾਜ਼ਰ ਹਜ਼ੂਰ ਬੈਠੇ ਨੇ, ਤੇ ਕੀ ਉੱਥੇ ਦੀ ਜੋ ਵੀਡੀਓ ਬਾਹਰ ਆ ਰਹੇ ਸੀ ਉਹਦੇ ਕਿਸੇ ਦੀ ਬਾਡੀ ਲੈਂਗੁਏਜ ਤੋਂ ਲੱਗ ਰਿਹਾ ਸੀ ਕਿ ਉੱਥੇ ਹਾਜ਼ਰ ਹਜ਼ੂਰ ਗੁਰੂ ਨੂੰ ਪ੍ਰਤੱਖ ਮੰਨਿਆ ਜਾ ਰਿਹਾ? ਇੰਨੀ ਨਾਮੋਸ਼ੀ ਹੋਈ, ਇੰਨੀ ਦਿਲ ਦੇ ਵਿੱਚ ਟੀਸ ਵੱਜ ਰਹੀ ਸੀ। ਇਹ ਸਾਰੇ ਦੇ ਸਾਰੇ ਉਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਾਰਿਆਂ ਦੀ ਸੇਵਾ ਲੈਣ ਵਾਸਤੇ ਇਲੈਕਸ਼ਨ ਕਰ ਰਹੇ ਨੇ। ਮਤਲਬ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਾਰਿਆਂ ਦੀ ਸੇਵਾ ਲੈ ਰਹੇ ਨੇ, ਔਰ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰ ਜ਼ਰੂਰ ਹੋਣ ਦੀ ਉਹਨਾਂ ਨੂੰ ਕਿਸੇ ਨੂੰ ਕੋਈ ਫਿਕਰ ਨਹੀਂ। ਔਰ ਇਹਨਾਂ ਇਲੈਕਸ਼ਨਾਂ ਨੂੰ ਮੈਂ ਸ਼ਾਇਦ ਉਹ ਲਫ਼ਜ਼ ਔਨ TV ਨਾ ਕਹਿ ਪਾਵਾਂ, ਲੇਕਿਨ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਇਹ ਇੰਨੀ ਕੁ ਬੇਇੱਜ਼ਤੀ ਕਰਾਉਣ ਵਾਲੇ ਕੰਮ ਨੇ ਆਲ ਓਵਰ ਕਿ ਪੂਰੀ ਦੁਨੀਆ ਦੇ ਵਿੱਚ ਸਿਵਾਏ ਸਾਡੀ ਬੇਇੱਜ਼ਤੀ ਤੋਂ ਇਲਾਵਾ ਕੁਛ ਨਹੀਂ ਹੋ ਰਿਹਾ ਨਾ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਦੇ ਕੋਈ ਵੀ ਜਦੋਂ ਇਲੈਕਸ਼ਨ ਨਹੀਂ ਪੂਰਨ ਹੈਗਾ ਤੇ ਫਿਰ ਉਹ ਪੂਰਨ ਨਹੀਂ ਹੈ। ਕਿਉਂਕਿ ਜੇਕਰ ਇਹ ਇਹਨਾਂ ਦੇ ਆਪਣੇ ਜੋ ਜਿਹੜੀ ਵੀ ਇਹਨਾਂ ਦੀ ਰਾਈਟ ਅਪ ਬਣੇ ਹੋਏ ਨੇ ਜਿਨ੍ਹਾਂ ਦੇ ਥਰੂ ਇਲੈਕਸ਼ਨ ਕਰਦੇ ਹੈਗੇ ਨੇ, ਉਹਦੇ ਅੰਦਰ ਉਹ ਰਾਈਟ ਅਪ ਦੇ ਵਿੱਚ ਜੇਕਰ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਲੈਕਸ਼ਨ ਹੋਣਾ ਔਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਵਿਰਾਜਮਾਨ ਨਹੀਂ ਨੇ, ਤੇ ਫਿਰ ਉਹ ਇਲੈਕਸ਼ਨ ਕਾਹਦਾ ਹੈ? ਚੁਣਿਆ ਕਿੰਨੇ ਹੈ? ਜਿਹੜੇ ਤੁਸੀਂ ਪੱਤਰਕਾਰ ਵੀ ਸੀ ਸਾਰੇ, ਤੁਹਾਨੂੰ ਦੇ ਕਮਰਿਆਂ 'ਚ ਵੀ ਬੰਦ ਕਰ ਦਿੱਤਾ ਗਿਆ। ਪੁਲਿਸ ਦੀਆਂ ਟੁਕੜੀਆਂ ਉੱਥੇ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਪੁਲਿਸ ਵਧਣੀ ਸ਼ੁਰੂ ਹੋ ਗਈ ਔਰ ਮੀਡੀਆ ਨੂੰ ਬੰਦ ਕਰ ਦਿੱਤਾ ਗਿਆ ਤੇ ਉਤਸੁਕਤਾ ਹੋਰ ਵੱਧ ਗਈ ਕਿ ਇਹਦਾ ਮਤਲਬ ਇੱਥੇ ਤੇ ਅਜੇ ਇਲੈਕਸ਼ਨ ਦਾ ਤੇ ਕੋਈ ਚੱਕਰ ਨਹੀਂ ਚੱਲ ਰਿਹਾ ਤੇ ਆਪਸ ਵਿੱਚ ਪੱਗਾਂ ਲਾਉਣ ਨੂੰ ਫਿਰਦੇ ਨੇ। ਉਹ ਸਿਰਮੌਰ ਸੰਥਤਾ ਦੇ ਜੇਕਰ ਪ੍ਰਧਾਨ ਸੀ ਧਾਮੀ ਸਾਹਿਬ, ਉਹਨਾਂ ਵੀਡੀਓਜ਼ ਦੇ ਵਿੱਚ ਮੈਂ ਦੇਖਿਆ ਕਿ ਉਹ ਗੁਰੂ ਦੇ ਤਾਬਿਆਂ ਤੇ ਬੈਠੇ ਨੇ ਔਰ ਚਵਰ ਕਰ ਰਹੇ ਨੇ। ਇੰਨਾ ਕੁ ਤੇ ਚਲੋ ਉਹਨਾਂ ਨੇ ਮਾਣ ਬਖਸ਼ਿਆ ਕਿ ਚਵਰ ਵੀ ਕਰ ਰਹੇ ਨੇ, ਬੈਠੇ ਵੀ ਨੇ, ਲੇਕਿਨ ਉਹਨਾਂ ਵੱਲੋਂ ਇਹ ਗੱਲ ਦੀ ਸਭ ਤੋਂ ਪਹਿਲੇ ਆਉਣੀ ਚਾਹੀਦੀ ਸੀ ਕਿ ਜੇਕਰ ਮਰਿਆਦਾ ਹੁਣੇ ਇਸ ਵੇਲੇ ਟਾਈਮ ਦੀ ਹੋ ਗਈ ਹੈ ਸੁਖਾਸਨ ਦੀ, ਤੇ ਸਾਰੀਆਂ ਚੀਜ਼ਾਂ ਨੂੰ ਸਾਈਡ ਕਰ ਦਿਓ। ਤੁਹਾਡੀਆਂ ਇਲੈਕਸ਼ਨਾਂ ਦੁਨਿਆਵੀ ਤੌਰ ਦੀਆਂ ਨੇ, ਇਹ ਦੋਨੋਂ ਪੱਖਾਂ ਦਾ ਬਾਦਸ਼ਾਹ ਇੱਥੇ ਬੈਠਾ ਹੈ, ਪਹਿਲੇ ਇਹਨਾਂ ਦੀ ਮਰਿਆਦਾ ਪੂਰੀ ਹੋਏਗੀ ਔਰ ਸੁਖਾਸਨ ਪਹਿਲੇ ਹੋਣਾ ਚਾਹੀਦਾ, ਲੇਕਿਨ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਚੀਜ਼ ਵੀ ਨਹੀਂ ਆਈ। ਦੇਖੋ ਜੀ, ਹੁਣ ਤੇ ਜੇਕਰ ਇਹ ਆਪਣੇ ਮੂੰਹੋਂ ਇਹਨਾਂ ਦੇ ਆਪਣੇ ਮੈਂਬਰ ਹੀ ਕਹਿਣ ਲੱਗ ਪੈਣਗੇ ਕਿ ਵੀ ਅਕਾਲੀ ਦਲ ਬਾਦਲ ਦਾ ਨਾਂ ਕਿਧਰੇ ਨਹੀਂ ਹੈਗਾ, ਤੇ ਫਿਰ ਇਹ ਤੇ ਆਪਣੇ ਆਪ ਦੇ ਵਿੱਚ ਸਪਸ਼ਟ ਹੁੰਦਾ ਚਲਾ ਜਾਏਗਾ ਇਹ ਉਹਨਾਂ ਦੇ ਨੇ। ਕਿਉਂਕਿ ਜਿਹੜੇ ਬੰਦੇ ਨੇ ਉਹ ਸਵੇਰੇ ਤੱਕ ਕਿਸੇ ਇੱਕ ਪਾਰਟੀ ਜਾਣ ਦੀ ਗੱਲ ਕਰ ਰਹੇ ਹੁੰਦੇ ਨੇ, ਸ਼ਾਮ ਤੱਕ ਕਿਸੇ ਹੋਰ ਪਾਰਟੀ ਜਾਣ ਦੀ ਗੱਲ ਕਰ ਰਹੇ ਹੁੰਦੇ ਨੇ। ਸੋ ਅਜੇ ਤੱਕ ਇਹਨਾਂ ਦੇ ਆਪਣੇ ਹੀ ਤਾਲਮੇਲ ਨਹੀਂ ਸੈੱਟ ਹੋ ਰਹੇ। ਜਦੋਂ ਤਾਲਮੇਲ ਸੈੱਟ ਹੋਣਗੇ ਤੇ ਤੁਹਾਡੇ ਵਰਗੇ ਜੁਝਾਰੂ ਜਿਹੜੇ ਕੈਮਰਾਮੈਨ ਔਰ ਮਾਈਕ ਵਾਲੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਆਪਣੇ ਆਪ ਸਵਾਲ ਪੁੱਛ ਲੈਣਗੇ। ਮੈਂ ਕਿਸੇ ਦੇ ਬਾਰੇ ਕੀ ਨਾਂ ਲੈਣਾ ਇਹਦੇ ਅੰਦਰ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਵੌਇਸ ਆਫ ਇੰਡੀਆ ਦੇ ਪ੍ਰੋਗਰਾਮ ਗੂੰਜਾਂ ਸਿੱਖ ਸਿਆਸਤ ਦੀਆਂ। ਅੱਜ ਅਸੀਂ ਕੁਝ ਗੱਲ ਕਰਾਂਗੇ ਕਮਾਲਜੀਤ ਸਿੰਘ ਜੀ ਦੇ ਨਾਲ, ਜਿਹੜੇ ਸੋਸ਼ਲ ਵਰਕਰ ਵੀ ਹੈਗੇ ਨੇ ਤੇ ਸਿੱਖੀ ਪ੍ਰਤੀ ਆਪਣੀ ਰਾਏ ਬੜੀ ਵਿਭਾਗ ਤਰੀਕੇ ਨਾਲ ਰੱਖਦੇ ਨੇ। ਸਾਡੇ ਨਾਲ ਮੌਜੂਦ ਹੈਗੇ ਨੇ ਸਰ, ਸਵਾਗਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨੀ। ਕਮਾਲਜੀਤ ਸਿੰਘ ਜੀ, ਤੁਸੀਂ ਪਿਛਲੇ 1 ਸਾਲ ਤੋਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਚੱਲ ਰਹੇ ਨੇ। ਮਤਲਬ ਜਨਵਰੀ ਤੋਂ ਸ਼ੁਰੂ ਹੋਏ ਸੀ ਤੇ ਇਹ ਜਨਵਰੀ ਖਤਮ ਹੋਣ ਵਾਲੀ ਹੈ। ਇਲੈਕਸ਼ਨ ਕੰਟੀਨਿਊ ਚੱਲ ਰਿਹਾ ਹੈ, ਇਲਜ਼ਾਮਬਾਜ਼ੀ ਚੱਲ ਰਹੀ ਹੈ। ਮੈਂ 22 ਜਨਵਰੀ ਨੂੰ ਆ ਰਿਹਾ, ਜਿਹੜਾ ਪਿਛਲੇ ਹਫ਼ਤਾ 22 ਜਨਵਰੀ ਗਈ ਹੈ। ਸਾਰੇ ਬੋਲਦੇ ਨੇ ਬੇਦਬੀ ਹੋਈ ਹੈ, ਵਿਪਕਸ਼ ਵੀ ਪਕਸ਼ ਵੀ ਦੋਨੋਂ ਤੁਹਾਡੇ ਬੋਲਦੇ ਨੇ ਬੇਦਬੀ ਹੋਈ ਹੈ। ਜੇ ਬੇਦਬੀ ਹੋਈ ਹੈ ਤੇ ਉਹਦੀ ਮਾਫੀ ਕੌਣ ਮੰਗੇਗਾ? ਤੇ ਜਾਂ ਫਿਰ ਖੰਡ ਪਾਠ ਕਰਨ ਨਾਲ ਬੇਦਬੀਆਂ ਦੀ ਮਾਫੀ ਮਿਲਦੀ ਹੈ ਤੇ ਫਿਰ ਸਿੱਖ ਬਾਕੀ ਲੋਕਾਂ ਨੂੰ ਸੌਦਾ ਕਿਉਂ ਚਾੜਦੇ ਨੇ? ਤੁਹਾਡਾ ਸਵਾਲ ਨਾ ਬਿਲਕੁਲ ਜਾਇਜ਼ ਹੈ। ਬੇਅਦਬੀ, ਪਹਿਲੇ ਤੇ ਅਦਬ ਦੀ ਗੱਲ ਕਰੀਏ ਕਿ ਉੱਥੇ ਅਦਬ ਦੇ ਵਿੱਚ ਕੌਣ ਸੀ। ਅਦਬ ਦਾ ਮਤਲਬ ਹੈ ਮਰਿਆਦਾ, ਅਦਬ ਦਾ ਮਤਲਬ ਹੈ ਪ੍ਰੋਟੋਕਾਲ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪ੍ਰੋਟੋਕਾਲ ਹੈ। ਉੱਥੇ ਅਦਬ ਦੇ ਵਿੱਚ ਕੌਣ ਸੀਗਾ ਪਹਿਲੇ ਤਾਂ ਇਹ ਪਤਾ ਕੀਤਾ ਜਾਏ, ਜਿਹਦੀ ਮੈਨੂੰ ਕੋਈ ਜ਼ਿਆਦਾ ਮਨਸ਼ਾ ਨਹੀਂ ਲੱਗ ਰਹੀ। ਕਿਉਂਕਿ ਜੇਕਰ ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ ਕਿਹਾ ਜਾਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਿ ਇਹ ਹੁਣ ਇਸ ਵੇਲੇ ਹਾਜ਼ਰ ਹਜ਼ੂਰ ਬੈਠੇ ਨੇ, ਤੇ ਕੀ ਉੱਥੇ ਦੇ ਜੋ ਵੀਡੀਓ ਬਾਹਰ ਆ ਰਹੇ ਸੀ ਉਹਦੇ ਕਿਸੇ ਦੀ ਬਾਡੀ ਲੈਂਗੁਏਜ ਤੋਂ ਲੱਗ ਰਿਹਾ ਸੀ ਕਿ ਉੱਥੇ ਹਾਜ਼ਰ ਹਜ਼ੂਰ ਗੁਰੂ ਨੂੰ ਪ੍ਰਤੱਖ ਮੰਨਿਆ ਜਾ ਰਿਹਾ? ਕਿਸੇ ਨੂੰ ਨਹੀਂ ਸੀਗਾ। ਲੋਕ ਕੁਰਸੀਆਂ 'ਤੇ ਪੈਰਾਂ 'ਤੇ ਪੈਰ ਰੱਖ ਕੇ ਬੈਠੇ ਨੇ ਕਿ ਜਿਵੇਂ ਲੌਨ ਦੇ ਵਿੱਚ ਬੈਠੇ ਨੇ। ਉੱਥੇ ਆਪ ਸਭ ਤੋਂ ਮੋਢੀ ਸੰਸਥਾ ਦੇ ਪ੍ਰਬੰਧ ਕਰਨ ਵਾਲੇ ਜਿਹੜੇ ਨੇ ਉਹ ਉੱਥੇ ਤਾਬਿਆਂ ਬੈਠੇ ਨੇ, ਔਰ ਮੈਂ ਉੱਥੇ ਦੇ ਮਾਹੌਲ ਹੁਣ ਵੀਡੀਓਜ਼ ਦੇ ਵਿੱਚ ਦੇਖ ਰਿਹਾ, ਕੋਈ ਕਿਸੇ ਨੂੰ ਰੋਕ ਟੋਕ ਨਹੀਂ ਕਰ ਰਿਹਾ।
ਇੰਨੀ ਨਾਮੋਸ਼ੀ ਹੋਈ, ਇੰਨੀ ਦਿਲ ਦੇ ਵਿੱਚ ਟੀਸ ਵੱਜ ਰਹੀ ਸੀ। ਇਹ ਸਾਰੇ ਦੇ ਸਾਰੇ ਉਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਾਰਿਆਂ ਦੀ ਸੇਵਾ ਲੈਣ ਵਾਸਤੇ ਇਲੈਕਸ਼ਨ ਕਰ ਰਹੇ ਨੇ। ਮਤਲਬ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਾਰਿਆਂ ਦੀ ਸੇਵਾ ਲੈ ਰਹੇ ਨੇ, ਔਰ ਲੇਕਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰ ਜ਼ਰੂਰ ਹੋਣ ਦੀ ਉਹਨਾਂ ਨੂੰ ਕਿਸੇ ਨੂੰ ਕੋਈ ਫਿਕਰ ਨਹੀਂ ਹੈ। ਅੱਛਾ, ਮੈਂ ਇੱਕ ਸਵਾਲ ਆਪ ਜੀ ਤੋਂ ਪੁੱਛਾਂਗਾ, ਪਲੀਜ਼ ਕੋਈ ਬੁਰਾ ਨਾ ਮੰਨੇ, ਕਿਊਰੀਓਸਿਟੀ ਹੈਗੀ ਮੇਰੇ ਸਵਾਲ ਦੇ ਅੰਦਰ। ਜੇ ਸਿੱਖਾਂ ਦਾ ਵਿਆਹ ਹੁੰਦਾ, ਆਪ ਜੀ ਆਪ ਸਿੱਖ ਹੈਗੇ ਹੋ, ਸਿੱਖਾਂ ਦਾ ਵਿਆਹ ਹੁੰਦਾ, ਜੇ ਗੁਰੂ ਸਾਹਿਬ ਆਪ ਮੌਜੂਦ ਨਾ ਹੋਣ, ਉਹਨਾਂ ਦੀ ਮੌਜੂਦ ਨਾ ਵਿਰਾਜਮਾਨ ਨਾ ਹੋਣ, ਕੀ ਉਹ ਵਿਆਹ ਪ੍ਰਵਾਨ ਮੰਨਿਆ ਜਾਂਦਾ ਹੈ? ਨਹੀਂ, ਉਹ ਆਨੰਦ ਕਾਰਜ ਹੀ ਨਹੀਂ। ਕਿਉਂਕਿ ਆਨੰਦ ਕਾਰਜ ਜਾਂ ਕੋਈ ਵੀ ਮਰਿਆਦਾ, ਅਸੀਂ ਸਿੱਖਾਂ ਦੇ ਵਿੱਚ ਆਨੰਦ ਕਾਰਜ ਲੈ ਲਈਏ, ਆਪਣੇ ਹਿੰਦੂ ਭਾਈਆਂ 'ਚ ਵੇਦੀ ਦੇ ਉੱਪਰ ਮੰਤਰ ਲੈ ਲਈਏ, ਉਹਦੇ 'ਚ ਅਗਨੀ ਸਾਖੀ ਹੁੰਦੀ ਹੈ, ਭਾਵੇਂ ਕ੍ਰਿਸਚੈਨਿਟੀ ਦੇ ਵਿੱਚ ਪਾਦਰੀ ਜਿਹੜੇ ਲਫ਼ਜ਼ ਬੋਲ ਰਿਹਾ ਉਹ ਲੈ ਲਈਏ। ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਾਮਨ ਕੀ ਹੈ? ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕਾਮਨ ਹੈ ਜਿਹੜੀਆਂ ਚੀਜ਼ਾਂ ਬੋਲੀਆਂ ਜਾ ਰਹੀਆਂ, 4 ਲਾਵਾਂ ਪੜ੍ਹੀਆਂ ਜਾ ਰਹੀਆਂ ਨੇ, ਅਤੇ ਉਸ ਵੇਲੇ ਉਹ ਫਿਜ਼ੀਕਲ ਲਾਵਾਂ ਵੀ ਲੈ ਰਹੇ ਨੇ ਔਰ ਲਾਵਾਂ ਪੜ੍ਹੀਆਂ ਵੀ ਜਾ ਰਹੀਆਂ ਨੇ। ਜੇਕਰ ਬਾਣੀ ਹੀ ਨਹੀਂ ਔਰ ਬਾਣੀ ਦਾ ਬੋਹਿਤ ਹੈ, ਆਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਹੀ ਨਹੀਂ ਹੈਗੇ, ਤੇ ਕਾਹਦਾ ਆਨੰਦ ਕਾਰਜ? ਤੇ ਹੁਣ ਮੈਂ ਸਵਾਲ ਹੈਗਾ ਹੈ ਕਿ ਜਿਹੜੇ ਇਲੈਕਸ਼ਨ ਹੋਏ ਉਹਦੇ ਅੰਦਰ ਵੀ ਗੁਰੂ ਸਾਹਿਬ ਸੁਖਾਸਨ ਤੇ ਹੋ ਗਿਆ ਸੀ, ਤੇ ਫਿਰ ਕਾਹਦੇ ਇਲੈਕਸ਼ਨ? ਮੰਨਦੇ ਹੋ ਇਸ ਇਲੈਕਸ਼ਨ ਨੂੰ ਕਿ ਨਹੀਂ ਮੰਨਦੇ ਹੋ? ਦੇਖੋ ਜੀ, ਮੈਂ ਤੇ ਮੰਨਣਾ ਕਿ ਇਹ ਇਲੈਕਸ਼ਨ ਦਾ ਕੀ ਦੌਰ ਹੈ ਇਹਨਾਂ ਲੋਕਾਂ ਦਾ। ਮੈਂ ਤੇ ਫਿਰ ਉਸੇ ਗੱਲ ਤੇ ਆਵਾਂਗਾ ਕਿ ਉਹਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਾਰਿਆਂ ਦੀ ਸੇਵਾ ਮੰਗ ਰਹੇ ਨੇ ਜਿਨ੍ਹਾਂ ਨੂੰ ਗੁਰੂ ਆਪ ਹੀ ਨਹੀਂ ਮੰਨਦੇ। ਔਰ ਇਹਨਾਂ ਇਲੈਕਸ਼ਨਾਂ ਨੂੰ ਮੈਂ ਸ਼ਾਇਦ ਉਹ ਲਫ਼ਜ਼ ਔਨ TV ਨਾ ਕਹਿ ਪਾਵਾਂ, ਲੇਕਿਨ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਇਹ ਇੰਨੀ ਕੁ ਬੇਇੱਜ਼ਤੀ ਕਰਾਉਣ ਵਾਲੇ ਕੰਮ ਨੇ ਆਲ ਓਵਰ, ਕਿ ਪੂਰੀ ਦੁਨੀਆ ਦੇ ਵਿੱਚ ਸਿਵਾਏ ਸਾਡੀ ਬੇਇੱਜ਼ਤੀ ਤੋਂ ਇਲਾਵਾ ਕੁਝ ਨਹੀਂ ਹੋ ਰਿਹਾ ਨਾ। ਮੈਂ ਸਵਾਲ ਵਾਪਸ ਉਸ ਪਾਸੇ ਖਿੱਚ ਕੇ ਰੱਖਾਂਗਾ ਆਪਣਾ ਸਵਾਲ। ਜਦੋਂ ਗੁਰੂ ਸਾਹਿਬ ਮੌਜੂਦ ਨਾ ਹੋਣ, ਤੇ ਆਪ ਜੀ ਨੇ ਮੈਨੂੰ ਆਪ ਦੱਸਿਆ ਕਿ ਆਨੰਦ ਕਾਰਜ ਨਹੀਂ ਮੰਨਨੇ ਹੈਗੇ। ਬਿਲਕੁਲ। ਤੇ ਜੇ ਗੁਰੂ ਸਾਹਿਬ ਆਪ ਮੌਜੂਦ ਨਹੀਂ ਹੈਗੇ ਤੇ ਇਲੈਕਸ਼ਨ ਕਿਵੇਂ ਮੰਨਨੇ ਹੋ ਸਕਦੇ ਨੇ? ਹਾਂ ਬਿਲਕੁਲ ਜੀ, ਜੇਕਰ ਇਹਨਾਂ ਦੀ ਜਿਹੜੀ ਟਰਮਨੋਲੋਜੀ ਹੈ, ਜੋ ਇਹਨਾਂ ਦੀਆਂ ਸੰਸਥਾਵਾਂ, ਜੋ ਵੀ ਇਹਨਾਂ ਦਾ ਬਣਿਆ ਹੋਇਆ ਇਲੈਕਸ਼ਨ ਦਾ ਜੋ ਰਾਈਟ ਅਪ ਹੈਗਾ, ਜੇਕਰ ਉਹਦੇ ਵਿੱਚ ਇਹ ਰਜਿਸਟਰਡ ਹੈ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਰੀ ਦੇ ਕੋਈ ਵੀ ਜਦੋਂ ਇਲੈਕਸ਼ਨ ਨਹੀਂ ਪੂਰਨ ਹੈਗਾ, ਤੇ ਫਿਰ ਉਹ ਪੂਰਨ ਨਹੀਂ ਹੈ। ਕਿਉਂਕਿ ਜੇਕਰ ਇਹ ਇਹਨਾਂ ਦੇ ਆਪਣੇ ਜੋ ਜਿਹੜੀ ਵੀ ਇਹਨਾਂ ਦੀ ਰਾਈਟ ਅਪ ਬਣੇ ਹੋਏ ਨੇ, ਜਿਨ੍ਹਾਂ ਦੇ ਥਰੂ ਇਲੈਕਸ਼ਨ ਕਰਦੇ ਹੈਗੇ ਨੇ, ਉਹਦੇ ਅੰਦਰ ਉਹ ਰਾਈਟ ਅਪ ਦੇ ਵਿੱਚ ਜੇਕਰ ਗੁਰਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਇਲੈਕਸ਼ਨ ਹੋਣਾ, ਔਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਉੱਥੇ ਵਿਰਾਜਮਾਨ ਨਹੀਂ ਨੇ, ਤੇ ਫਿਰ ਉਹ ਇਲੈਕਸ਼ਨ ਕਾਹਦਾ ਹੈ? ਚੁਣਿਆ ਕਿੰਨੇ ਹੈ? ਮੈਂ ਸਵਾਲ ਇਹ ਕਿ ਹੋਰ ਜੋੜਦਾ, ਫਿਰ ਜਿਹੜੇ ਉਸ ਤੋਂ ਬਾਅਦ ਪ੍ਰਧਾਨਗੀ ਦੀ, ਸਕੱਤਰੀ ਦੀ, ਵਾਈਸ ਪ੍ਰਧਾਨਗੀ ਦੀ, ਜੁਆਇੰਟ ਸਕੱਤਰੀ ਦੀ, ਸੀਨੀਅਰ ਮੀਤ ਪ੍ਰਧਾਨ ਦੀ ਪੋਸਟਾਂ ਤੇ ਆ ਕੇ ਬਹਿ ਗਏ ਨੇ, ਕਿ ਉਹ ਬੇਦਬੀ ਕਰ ਰਹੇ ਨੇ ਕਿ ਕਬਜ਼ਾ ਕਰ ਰਹੇ ਨੇ? ਦੇਖੋ ਜੀ, ਇਹ ਤੇ ਮੈਂ ਆਪ ਵੀ ਇਸ ਕਰਕੇ ਦੇਖ ਕੇ ਥੋੜ੍ਹਾ ਤਾਜੁਬ ਸੀਗਾ ਕਿ ਜੇਕਰ ਮਰਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਸ਼ੁਰੂ ਹੁੰਦੀ ਹੈ ਔਰ ਉੱਥੇ ਆ ਕੇ ਮੁੱਕਦੀ ਹੈ, ਤੇ ਫਿਰ ਇਹ ਜਿਹੜਾ ਐਕਨੋਲੇਜਮੈਂਟ ਹੋਈ ਹੈ ਕਿ ਹਾਂ ਇਹ ਕਮੇਟੀ ਪ੍ਰਵਾਨ ਹੋ ਗਈ ਹੈ। ਦੇਖੋ, ਜਿੱਥੇ ਤੱਕ ਗੱਲ ਹੈ ਕਮੇਟੀ ਦੀ, ਦਿੱਲੀ ਦੀ ਸੰਗਤ ਨੇ ਤੇ ਮੈਂਡੇਟ ਇਹਨਾਂ ਨੂੰ ਦੇ ਹੀ ਦਿੱਤਾ ਸੀ, ਓਬਵੀਅਸਲੀ ਇਹਨਾਂ ਦੇ ਮੈਂਬਰ ਜ਼ਿਆਦਾ ਜਿੱਤੇ ਸੀਗੇ। ਇਹ ਸਾਰਾ ਅਡੰਬਰ ਜਿਹੜਾ ਹੋਇਆ ਹੈ, ਇਸ ਅਡੰਬਰ ਦੀ ਰਿਕੁਆਇਰਮੈਂਟ ਹੀ ਨਹੀਂ ਸੀਗੀ ਬੇਸਿਕਲੀ। ਤੇ ਔਰ ਜੇਕਰ ਉੱਥੇ ਇਹ ਚੀਜ਼ਾਂ ਮੈਂ ਫਿਰ ਉੱਥੇ ਆਵਾਂਗਾ, ਕਿਉਂਕਿ ਦੇਖੋ ਹਰ ਚੀਜ਼ ਦੀ ਇੱਕ ਮਰਿਆਦਾ, ਇੱਕ ਪ੍ਰੋਟੋਕੋਲ ਹੈ। ਜੇਕਰ ਇਹਨਾਂ ਦੀ ਰਾਈਟਿੰਗ ਦੇ ਵਿੱਚ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਤੋਂ ਬਗੈਰ ਇਲੈਕਸ਼ਨ ਨਹੀਂ ਪ੍ਰਵਾਨ, ਜਾਂ ਉੱਥੇ ਜਿਹੜੇ ਅਹੁਦੇ ਦਿੱਤੇ ਜਾਣੇ ਨੇ ਉਹ ਪ੍ਰਵਾਨ ਨਹੀਂ ਨੇ, ਤੇ ਫਿਰ ਉਹ ਪ੍ਰਵਾਨ ਨਹੀਂ ਹੋਣੇ ਚਾਹੀਦੇ। ਤੇ ਮਗਰ ਜਿਹੜੇ ਹੁਣ ਪ੍ਰਵਾਨਗੀ ਆਪਣੇ ਆਪ ਲੈ ਕੇ ਬੈਠ ਚੁੱਕੇ ਨੇ, ਪ੍ਰਧਾਨ, ਸਕੱਤਰ, ਸਰਕਾਰ ਦਾ ਗਜਟ ਲੈ ਕੇ ਬੈਠ ਚੁੱਕੇ ਨੇ, ਉਹ ਕਿਹਦੇ ਦੋਖੀ ਨੇ? ਗੁਰੂ ਦੇ ਦੋਖੀ ਨੇ, ਸੰਗਤ ਦੇ ਦੋਖੀ ਨੇ, ਜਾਂ ਸਭ ਠੀਕ ਹੈ? ਦੇਖੋ ਜੀ, ਸੰਗਤ ਔਰ ਗੁਰੂ ਦੇ ਤੇ ਸਾਰੇ ਹੀ ਦੋਖੀ ਨੇ, ਬੜੀ ਸਿੱਧੀ ਜੀ ਗੱਲ ਹੈ। ਔਰ ਜਿੱਥੇ ਤੱਕ ਗੱਲ ਹੈਗੀ ਹੈ ਕਿ ਇਸ ਵੇਲੇ ਜਿਹੜੀ ਮੌਜੂਦਾ ਕਮੇਟੀ ਬਣੀ ਹੈ, ਉਹਨਾਂ ਨੂੰ ਜੇਕਰ ਸਰਕਾਰੀ ਮੋਹਰ ਮਿਲ ਗਈ ਹੈ ਕਿ ਇਹਨਾਂ ਦੀ ਕਮੇਟੀ ਬਣ ਗਈ ਹੈ, ਸਰਕਾਰੀ ਮੋਹਰ ਤੋਂ ਕਮੇਟੀ ਮੰਨਣਾ ਇਹ ਗੱਲ ਸਮਝ ਆ ਰਹੀ ਹੈ, ਲੇਕਿਨ ਗੁਰੂ ਦੀ ਮੋਹਰ ਤੋਂ ਜੇਕਰ ਮੈਂ ਫਿਰ ਕਹਾਂਗਾ, ਜੇਕਰ ਉਹਦੇ 'ਚ ਰਾਈਟ ਅਪ ਦੇ ਵਿੱਚ ਹੈਗਾ ਕਿ ਬਿਨਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਇਲੈਕਸ਼ਨ ਮਾਨੇ ਨਹੀਂ ਹੈ, ਤੇ ਫਿਰ ਗੁਰੂ ਪਹਿਲੇ ਪ੍ਰਵਾਨ ਹੋਣਾ ਚਾਹੀਦਾ ਹੈ, ਸਰਕਾਰੀ ਮੋਹਰਾਂ ਪ੍ਰਵਾਨ ਨਹੀਂ ਹੋਣੀਆਂ ਚਾਹੀਦੀਆਂ। ਮਗਰ ਜਿਹੜੇ ਸਰਕਾਰੀ ਮੋਹਰ ਨੂੰ ਪ੍ਰਵਾਨਗੀ ਮੰਨ ਰਹੇ ਨੇ ਔਰ ਗੁਰੂ ਸਾਹਿਬ ਦੀ ਪ੍ਰਵਾਨਗੀ ਨਹੀਂ ਮੰਨ ਰਹੇ ਨੇ, ਉਹ ਦੋਖੀ ਕਿਹਦੇ ਹੈਗੇ ਨੇ? ਸੰਗਤ ਦੇ, ਗੁਰੂ ਦੇ, ਜਾਂ ਕਿਹਦੇ? ਬਿਲਕੁਲ ਜੀ, ਦੋਖੀ ਸੰਗਤ ਦੇ ਨੇ, ਕਿਉਂਕਿ ਗੁਰੂ ਨੂੰ ਤੇ ਤੁਸੀਂ ਗੁਰੂ ਮੰਨਿਆ ਹੀ ਨਹੀਂ। ਦੇਖੋ, ਗੁਰੂ ਦਾ ਅਦਬ ਕਰੋਗੇ ਤੇ ਗੁਰੂ ਮੰਨੋਗੇ ਨਾ। ਜ਼ਾਇਰਾ ਜ਼ਹੂਰ ਹਾਜ਼ਰ ਹਜ਼ੂਰ, ਜੇਕਰ ਤੁਸੀਂ ਉਸ ਵੇਲੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੋਤ ਸਰੂਪ ਮੰਨ ਰਹੇ ਹੋ, ਤੇ ਤੁਸੀਂ ਤੇ ਮੰਨਿਆ ਹੀ ਨਹੀਂ ਕਿਸੇ ਨੇ। ਜਦੋਂ ਤੁਸੀਂ ਮੰਨਿਆ ਹੀ ਨਹੀਂ, ਤੇ ਦੋਖੀ ਤੇ ਤੁਸੀਂ ਹੈਗੇ ਹੀ ਹੋ, ਗੁਰੂ ਦੇ ਵੀ ਹੋ ਤੇ ਸੰਗਤ ਦੇ ਵੀ ਹੋ।
ਦੋਖੀ ਦੇਖੋ ਇਹ ਤੇ ਸਭ ਤੋਂ ਵੱਡੀ ਸਾਡੀ ਪਰੇਸ਼ਾਨੀ ਹੈ। ਮੈਂ ਐਸੀ ਗੱਲ ਤੋਂ ਬਾਹਰ ਨਹੀਂ ਆ ਪਾ ਰਿਹਾ, ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਦਾਰਿਆਂ ਦੀ ਸੇਵਾ ਲੈਣਾ ਚਾਹੁੰਦੇ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਨਹੀਂ ਮੰਨ ਰਹੇ। ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਨਹੀਂ ਮੰਨ ਰਹੇ ਤੇ ਤੁਸੀਂ ਕਿਹੜੇ ਅਦਾਰਿਆਂ ਦੀ ਸੇਵਾ ਲੈਣਾ ਚਾਹ ਰਹੇ ਹੋ? ਮੇਰੀ ਇਹ ਕਨਸੈਪਟ ਹੀ ਸਮਝ ਤੋਂ ਬਾਹਰ ਹੈ ਇਲੈਕਸ਼ਨ ਦਾ ਇਹਨਾਂ ਦਾ, ਕਿ ਸਿਸਟਮ ਮੇਰੇ ਤੇ ਬਿਲਕੁਲ ਮੈਨੂੰ ਕੋਫਤ ਹੁੰਦੀ ਹੈ ਗੱਲਾਂ ਦੇਖ ਕੇ ਔਰ ਸੁਣ ਕੇ। ਉਸ ਦਿਨ ਆਪ ਜੀ ਕਿੰਨੇ ਵਜੇ ਆਪ ਜੀ ਨੂੰ ਪਤਾ ਚੱਲਿਆ ਕਿ ਗੁਰੂ ਗ੍ਰੰਥ ਸਾਹਿਬ ਮੌਜੂਦ ਹੈਗੇ ਨੇ, ਬੇਦਬੀ ਹੋ ਰਹੀ ਹੈ, ਸੁਖਾਸਨ ਨਹੀਂ ਹੋ ਰਿਹਾ, ਆਪ ਜੀ ਨੂੰ ਪਤਾ ਕਿਵੇਂ ਚੱਲਿਆ? ਦੇਖੋ ਜੀ, ਇਹ ਆਪਣੇ ਆਪ ਦੇ ਵਿੱਚ ਇੱਕ ਇਵੈਂਟ ਬਣ ਗਿਆ ਸੀਗਾ, ਕਿਉਂਕਿ ਸਵੇਰੇ ਸੀਗਾ ਕਿ ਹਾਂ 1:30-2 ਵਜੇ ਤੱਕ ਰਿਜ਼ਲਟ ਆ ਜਾਏਗਾ। ਜਦੋਂ 1:30-2 ਵਜੇ ਤੱਕ ਸੁਣਨ 'ਚ ਆਇਆ ਕਿ ਵੀ ਜਿਹੜੇ ਤੁਸੀਂ ਪੱਤਰਕਾਰ ਵੀ ਸੀ ਸਾਰੇ, ਤੁਹਾਨੂੰ ਦੇ ਕਮਰਿਆਂ 'ਚ ਵੀ ਬੰਦ ਕਰ ਦਿੱਤਾ ਗਿਆ, ਪੁਲਿਸ ਦੀਆਂ ਟੁਕੜੀਆਂ ਉੱਥੇ ਆਉਣੀਆਂ ਸ਼ੁਰੂ ਹੋ ਗਈਆਂ। ਜਦੋਂ ਪੁਲਿਸ ਵਧਣੀ ਸ਼ੁਰੂ ਹੋ ਗਈ ਔਰ ਮੀਡੀਆ ਨੂੰ ਬੰਦ ਕਰ ਦਿੱਤਾ ਗਿਆ ਤੇ ਉਤਸੁਕਤਾ ਹੋਰ ਵੱਧ ਗਈ ਕਿ ਇਹਦਾ ਮਤਲਬ ਇੱਥੇ ਤੇ ਅਜੇ ਇਲੈਕਸ਼ਨ ਦਾ ਤੇ ਕੋਈ ਚੱਕਰ ਨਹੀਂ ਚੱਲ ਰਿਹਾ ਤੇ ਆਪਸ ਵਿੱਚ ਹੀ ਪੱਕਣ ਲਾਉਣ ਨੂੰ ਫਿਰਦੇ ਨੇ। ਤੇ ਫਿਰ ਜਿਹੜੇ ਵੀ ਵੀਡੀਓ ਆ ਰਹੇ ਸੀਗੇ ਤੁਹਾਡੇ ਲੋਕਾਂ ਦੇ ਮਾਧਿਅਮ ਤੋਂ ਜਾਂ ਜਿਸ ਤਰ੍ਹਾਂ ਵੀ ਆ ਰਹੇ ਸੀ, ਉਹਨਾਂ ਨੂੰ ਦੇਖਣਾ ਸ਼ੁਰੂ ਕੀਤਾ। ਮੈਂ ਇੱਕੋ ਚੀਜ਼ ਬਾਰ-ਬਾਰ ਦੇਖਦਾ ਸੀ ਵੀਡੀਓ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਰਾਜਮਾਨ ਨੇ, ਕਿਸੇ ਦੀ ਬਾਡੀ ਲੈਂਗੁਏਜ, ਉਹਨਾਂ ਦੀ ਹਾਜ਼ਰੀ, ਉਹਨਾਂ ਦੇ ਅਦਬ ਦੇ ਵਿੱਚ ਹੈ ਹੀ ਨਹੀਂ। ਜਦੋਂ 8 ਵੱਜ ਗਏ ਔਰ ਮੈਂ ਦੇਖਿਆ ਕਿਸੇ ਇੱਕ ਬੰਦੇ ਨੇ ਵੀ ਸੁਖਾਸਨ ਦੀ ਗੱਲ ਕੀਤੀ ਨਹੀਂ। ਵੀਡੀਓ ਚੁੱਕ ਕੇ ਦੇਖ ਲਓ। 8:30 ਵਜੇ ਮੈਂ ਆਪਣਾ ਵੀਡੀਓ ਬਣਾਇਆ, ਕਿਉਂਕਿ ਅੰਦਰ ਸ਼ਹੀਦੀ ਅਸਥਾਨ ਤੇ 9-9:15 ਵਜੇ ਦੀ ਮਰਿਆਦਾ ਸੁਖਾਸਨ ਦੀ। ਤੇ ਮੈਂ ਕਿਹਾ 8:30 ਵਜੇ ਜਦੋਂ ਮੈਂ ਵੀਡੀਓ ਪਾਇਆ ਔਰ ਮੇਰਾ ਰੋਸ਼ ਸੀ ਇਸ ਗੱਲ ਦੇ ਉੱਪਰ ਕਿ ਉੱਥੇ 51 ਦੇ 51 ਜਿਹੜੇ ਬੈਠੇ ਨੇ ਉਹਨਾਂ ਨੂੰ ਇਸ ਲਈ ਨਹੀਂ ਸਮਝ ਆ ਰਿਹਾ ਕਿ ਸੁਖਾਸਨ ਦੀ ਮਰਿਆਦਾ ਹੈ। ਤੁਹਾਡੇ ਆਪਣੇ ਅਡੰਬਰ ਨਾਲੋਂ ਉਹ ਗੁਰੂ ਪਹਿਲੇ ਪ੍ਰਵਾਨ ਹੈ, ਉਹਦੀ ਪ੍ਰੋਟੋਕੋਲ ਹੈ, ਉਹਦੀ ਮਰਿਆਦਾ ਹੈ, ਉਹਦੀ ਅਦਬ ਹੈਗਾ। ਤਾਂ ਜਦੋਂ ਵੀਡੀਓ ਪਾਇਆ, ਵੀਡੀਓ ਵਾਇਰਲ ਬਹੁਤ ਜ਼ਿਆਦਾ ਹੋ ਗਿਆ। ਮੈਨੂੰ ਉੱਥੋਂ ਵੀ ਫੋਨ ਆਉਣ ਲੱਗ ਪਏ, ਜਿਹੜੇ ਲੋਕ ਉੱਥੇ ਵੀ ਖੜੇ ਹੋਏ ਸੀਗੇ। ਫਿਰ ਆਈ ਡਿਸਾਈਡਡ ਕਿ ਜੋ ਗੁਰੂ ਨੇ ਮੱਤ ਦਿੱਤੀ ਕਿ ਈਵਨ ਆਈ ਸ਼ੁੱਡ ਰੀਚ ਦੇਅਰ। ਤੇ ਮੈਂ ਤਕਰੀਬਨ ਉੱਥੇ 10-10:15 ਵਜੇ ਦੇ ਕਰੀਬ ਪਹੁੰਚਿਆ। ਤੇ ਫਿਰ ਬਾਕੀ ਦੁਨੀਆ ਨੂੰ ਪਤਾ ਹੈ ਵੀ ਜਿੰਨੀ ਕੁ ਉੱਥੇ ਜੱਦੋ ਜਹਿਦ ਹੋਈ ਔਰ ਡੀਜੀਪੀ ਨਾਲ ਵੀ ਉਹਨਾਂ ਨੂੰ ਵੀ ਰਿਕੁਐਸਟ ਕੀਤੀ, ਬਾਹਰ ਪੁਲਿਸ ਨੂੰ ਵੀ ਕੀਤੀ ਔਰ ਪ੍ਰੈਸ਼ਰ ਬਹੁਤ ਬਿਲਡ ਹੋ ਗਿਆ ਸੀ, ਕਿਉਂਕਿ ਅੰਦਰੋਂ 2-3 ਮੈਂਬਰਸ ਨੂੰ ਵੀ ਜਿਨ੍ਹਾਂ ਨੇ ਮੇਰੇ ਵੀਡੀਓ ਦੇਖੇ ਉਹਨਾਂ ਨੇ ਵੀ ਮੈਨੂੰ ਮੈਸੇਜ ਪਾਇਆ ਕਿ ਹਾਂਜੀ ਤੁਸੀਂ ਵੀ ਪਹੁੰਚੋ, ਕਿ ਤੁਸੀਂ ਵੀਡੀਓ ਤੇ ਪਾਇਆ ਬਟ ਯੂ ਆਲਸੋ ਰੀਚ ਹੇਅਰ ਔਰ ਇਹ ਸੁਖਾਸਨ ਵਾਲੇ ਪਾਸੇ ਪਾਓ। ਔਰ ਬਸ ਫਿਰ ਗੁਰੂ ਆਪ ਵਰਤੇ, ਕਿਉਂਕਿ ਮੈਂ ਕਿਸੇ ਚੀਜ਼ ਦਾ ਕ੍ਰੈਡਿਟ ਨਹੀਂ ਕਦੀ ਲੈ ਸਕਦਾ, ਕਿਉਂਕਿ ਜਦੋਂ ਕਰਦਾ ਗੁਰੂ ਹੈ, ਆਪ ਗੁਰੂ ਵਰਤਦਾ ਹੈ। ਬੜੇ ਸਾਰੇ ਲੀਡਰਾਂ ਨੇ ਕ੍ਰੈਡਿਟ ਲਿਆ ਇਹਨਾਂ ਚੀਜ਼ਾਂ ਦੇ, ਚਲੋ ਉਹ ਲੈਟ ਦੈਮ ਹੈਵ ਇਟ, ਲੇਕਿਨ ਇਹ ਹੈਗਾ ਕਿ ਗੁਰੂ ਫਿਰ ਆਪ ਵਰਤੇ। ਉਹ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਡਰ ਪਾਉਣਾ ਸੀ, ਦਇਆ ਪਾਣੀ ਸੀ, ਰੋਸ਼ ਪਾਉਣਾ ਸੀ, ਉਹ ਰੋਸ਼ ਔਰ ਡਰ ਔਰ ਦਇਆ ਦੀ ਵਜ੍ਹਾ ਕਰਕੇ ਫਿਰ ਸੁਖਾਸਨ ਹੋਏ ਉਸ ਬਰਸਾਤ ਦੇ ਵਿੱਚ। ਫਿਰ ਜਦੋਂ ਸੁਖਾਸਨ ਹੋਏ ਤੇ ਫਿਰ ਉੱਥੋਂ ਵਾਪਸੀ ਕੀਤੀ। ਔਰ ਲੇਕਿਨ ਇਸ ਦੇ ਪਿੱਛੇ ਮੈਨੂੰ ਫੋਨਸ, ਮੈਸੇजेस ਬਹੁਤ ਸਾਰੇ ਲੋਕਾਂ ਦੇ ਆਏ। ਆਪ ਜੀ ਨੇ ਮੈਨੂੰ ਪੂਰਾ ਇਨਸੀਡੈਂਟ ਦੱਸਿਆ। ਮੈਨੂੰ ਇੱਕ ਗੱਲ ਦੱਸੋ, ਸਿੱਖਾਂ ਦੀ ਸਭ ਤੋਂ ਵੱਡੀ ਸੰਸਥਾ ਐਸਜੀਪੀਸੀ ਨੂੰ ਮੰਨਿਆ ਜਾਂਦਾ ਹੈ ਜੀ। ਜੇ ਐਸਜੀਪੀ ਸੰਸਥਾ ਮੰਨਿਆ ਜਾਂਦਾ ਤਾਂ ਉਹਨਾਂ ਦਾ ਪ੍ਰਧਾਨ ਸਭ ਤੋਂ ਵੱਡਾ ਹੋਏਗਾ ਜੀ। ਜੇ ਸਭ ਤੋਂ ਵੱਡਾ ਹੈਗੇ ਉਹਨਾਂ ਦਾ ਰੋਲ ਸਭ ਤੋਂ ਵੱਡਾ ਸੀ, ਤੇ ਉਹ ਕੀ ਕਰ ਰਹੇ ਸੀ? ਤੁਸੀਂ ਪਹੁੰਚ ਗਏ ਵਿਕਾਸਪੁਰੀ ਤੋਂ ਰਕਾਬਗੰਜ ਸਾਹਿਬ, ਜਨਕਪੁਰੀ ਤੋਂ ਰਕਾਬਗੰਜ ਸਾਹਿਬ, ਤੇ ਉਹ ਤੇ ਉਧਰ ਮੌਜੂਦ ਸੀ, ਉਹ ਕਿਉਂ ਨਹੀਂ ਪਹੁੰਚ ਪਾਏ? ਹਾਂ ਬਿਲਕੁਲ ਤੁਸੀਂ ਕਿਹਾ, ਕਿਉਂਕਿ ਮੈਨੂੰ ਕਈਆਂ ਦੇ ਮੈਂ ਵੀਡੀਓ ਦੇਖ ਰਿਹਾ ਸੀ, ਕਹਿ ਰਹੇ ਸੀ ਵੀ ਅੰਦਰ ਗੁਰੂ ਸਾਹਿਬ ਪ੍ਰਕਾਸ਼ ਹੈਗੇ ਨੇ। ਤੇ ਮੈਂ ਲਿਖਿਆ, ਮੈਂ ਕਿਹਾ ਜਿੱਥੇ ਜੇਕਰ ਗੁਰੂ ਪ੍ਰਕਾਸ਼ ਹੈ ਤੇ ਫਿਰ ਇੰਨਾ ਹਨੇਰਾ ਕਿਉਂ ਹੈ ਤੁਹਾਡੇ ਲੋਕਾਂ ਦੀ ਮੱਤਾਂ ਦੇ ਵਿੱਚ? ਬਿਲਕੁਲ ਤੁਸੀਂ ਠੀਕ ਕਿਹਾ। ਐਸਜੀਪੀਸੀ ਇੱਕ ਸਿਰਮੌਰ ਸੰਸਥਾ ਹੈ ਜਿਹੜੀ ਗੁਰਦੁਆਰਿਆਂ ਦਾ ਨਿਜ਼ਾਮ ਦੇਖਦੀ ਹੈ। ਮੈਂ ਪਹਿਲੇ ਤੁਹਾਨੂੰ ਕਹਿ ਦਿਆਂ, ਸਿੱਖੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਾਂ ਸਿੱਖ ਪੰਥ ਨੂੰ ਇਹ ਸੰਸਥਾਵਾਂ ਨਹੀਂ ਚਲਾਉਂਦੀਆਂ। ਇਹ ਸਿਰਫ ਗੁਰਦੁਆਰਿਆਂ ਦੇ ਨਿਜ਼ਾਮ ਦੇਖਦੀਆਂ ਨੇ। ਲੰਗਰ ਠੀਕ ਹੋਵੇ, ਕਿਹੜੇ ਪਾਠੀਆਂ ਦੀ ਡਿਊਟੀਆਂ ਲਗਾਉਣੀਆਂ ਨੇ, ਇਹ ਬੇਸਿਕਲੀ ਨਿਜ਼ਾਮ ਦੇਖ ਰਹੀਆਂ ਨੇ। ਪੰਥ ਗੁਰੂ ਆਪ ਚਲਾ ਰਹੇ ਨੇ। ਪੰਥ ਇਹਨਾਂ ਲੋਕਾਂ ਦੇ ਸਿਰਾਂ 'ਤੇ ਨਹੀਂ ਚੱਲਦਾ। ਹਾਂ, ਉਹ ਸਿਰਮੌਰ ਸੰਸਥਾ ਦੇ ਜੇਕਰ ਪ੍ਰਧਾਨ ਸੀ ਧਾਮੀ ਸਾਹਿਬ, ਉਹਨਾਂ ਵੀਡੀਓਜ਼ ਦੇ ਵਿੱਚ ਮੈਂ ਦੇਖਿਆ ਕਿ ਉਹ ਗੁਰੂ ਦੇ ਤਾਬਿਆਂ 'ਤੇ ਬੈਠੇ ਨੇ ਔਰ ਚਵਰ ਕਰ ਰਹੇ ਨੇ। ਇੰਨਾ ਕੁ ਤੇ ਚਲੋ ਉਹਨਾਂ ਨੇ ਮਾਣ ਬਖਸ਼ਿਆ ਕਿ ਚਵਰ ਵੀ ਕਰ ਰਹੇ ਨੇ, ਬੈਠੇ ਵੀ ਨੇ। ਲੇਕਿਨ ਉਹਨਾਂ ਵੱਲੋਂ ਇਹ ਗੱਲ ਦੀ ਸਭ ਤੋਂ ਪਹਿਲੇ ਆਉਣੀ ਚਾਹੀਦੀ ਸੀ ਕਿ ਜੇਕਰ ਮਰਿਆਦਾ ਹੁਣੇ ਇਸ ਵੇਲੇ ਟਾਈਮ ਦੀ ਹੋ ਗਈ ਹੈ ਸੁਖਾਸਨ ਦੀ, ਤੇ ਸਾਰੀਆਂ ਚੀਜ਼ਾਂ ਨੂੰ ਸਾਈਡ ਕਰ ਦਿਓ। ਤੁਹਾਡੀਆਂ ਇਲੈਕਸ਼ਨਾਂ ਦੁਨਿਆਵੀ ਤੌਰ ਦੀਆਂ ਨੇ, ਇਹ ਦੋਨੋਂ ਪੱਖਾਂ ਦਾ ਬਾਦਸ਼ਾਹ ਇੱਥੇ ਬੈਠਾ ਹੈ। ਪਹਿਲੇ ਇਹਨਾਂ ਦੀ ਮਰਿਆਦਾ ਪੂਰੀ ਹੋਏਗੀ ਔਰ ਸੁਖਾਸਨ ਪਹਿਲੇ ਹੋਣਾ ਚਾਹੀਦਾ, ਲੇਕਿਨ ਉਹਨਾਂ ਵੱਲੋਂ ਇਸ ਤਰ੍ਹਾਂ ਦੀ ਕੋਈ ਚੀਜ਼ ਵੀ ਨਹੀਂ ਆਈ। ਅੱਛਾ, ਇੱਕ ਗੱਲ ਮੈਨੂੰ ਨਾ ਬੜੀ ਚੇਤੇ ਲੱਗਦੀ ਏ। ਮੈਂ ਗੁਰਦੁਆਰਾ ਕਮੇਟੀ ਦੇ ਇਲੈਕਸ਼ਨ ਪਿਛਲੇ 13 ਦੇ ਵੀ ਕਵਰ ਕੀਤੇ, 17 ਦੇ ਵੀ ਕਵਰ ਕੀਤੇ, ਹੁਣ 21-22 ਵਾਲੇ ਇਲੈਕਸ਼ਨ ਵੀ ਮੈਂ ਕਵਰ ਕਰ ਰਿਹਾ। ਇੱਕ ਪ੍ਰਥਾ ਨਿਕਲਦੀ ਆਈ ਹੈ ਅਕਾਲੀ ਦਲ ਬਾਦਲ ਦੀ, ਪਰਚੀਆਂ ਦੀ, ਪ੍ਰਧਾਨ, ਸਕੱਤਰ, ਸਾਰੇ 5 ਮੈਂਬਰਾਂ ਦੀ ਉੱਤੇ ਐਗਜ਼ੀਕਿਊਟਿਵ ਪਰਚੀ ਨਿਕਲ ਕੇ ਆਉਂਦੀ ਹੈ ਬਾਹਰ। ਪਹਿਲੀ ਪਰਚੀ ਸੁਖਬੀਰ ਸਿੰਘ ਬਾਦਲ ਸਾਹਿਬ ਕੱਟਦੇ ਸੀ ਤਾਂ ਵੀ ਬੇਦਬੀ ਹੋਈ।
ਹੁਣ ਜਿਨ੍ਹਾਂ ਨੇ ਪਰਚੀ ਕੱਢੀ ਤਾਂ ਵੀ ਬੇਅਦਬੀ ਹੋਈ। ਇਹ ਪਰਚੀਆਂ ਸਿਸਟਮ ਨੇ ਬੇਅਦਬੀ ਦਾ ਕਾਰਨ ਤੇ ਨਹੀਂ ਹੈਗਾ। ਅੱਛਾ, ਮੈਂ ਇੱਥੇ ਮਾਫੀ ਚਾਹਨਾ, ਮੈਨੂੰ ਇਹਨਾਂ ਪਰਚੀਆਂ ਦੇ ਬਾਰੇ ਕੋਈ ਇਲਮ ਨਹੀਂ ਹੈਗਾ। ਮੈਂ ਤੇ ਲਾਈਫ 'ਚ ਪਹਿਲੀ ਵਾਰ ਇੰਟਰਨਲ ਇਲੈਕਸ਼ਨ ਦੇਖ ਰਿਹਾ, ਕਿਉਂਕਿ ਮੇਰਾ ਇਲੈਕਸ਼ਨਾਂ ਦਾ ਕਦੀ ਰੁਝਾਨ ਨਹੀਂ ਰਿਹਾ। ਲੇਕਿਨ ਮੈਂ ਤੁਹਾਨੂੰ ਦੱਸਿਆ ਨਾ, ਐਤਕੀ ਦੀ ਇਲੈਕਸ਼ਨ 1:30 ਵਜੇ ਤੋਂ ਬਾਅਦ ਇਹਦਾ ਇੱਕ ਪ੍ਰੈਸ਼ਰ ਬਿਲਡਅਪ ਹੋ ਗਿਆ ਕਿ ਹੋ ਕੀ ਰਿਹਾ ਬੇਸਿਕਲੀ, ਕਿਉਂਕਿ ਕਈ ਚੀਜ਼ਾਂ ਆਉਣ ਲੱਗ ਪਈਆਂ, ਵੀਡੀਓਜ਼ ਆਉਣ ਲੱਗ ਪਏ ਕਿ ਜੀ ਅੰਦਰ ਮਾਰਕੁਟਾਈ ਵੀ ਹੋ ਗਈ ਹੈ, ਲੋਕਾਂ ਦੀਆਂ ਦਾੜੀਆਂ ਵੀ ਖਿੱਚੀਆਂ ਜਾ ਚੁੱਕੀਆਂ ਨੇ। ਤੇ ਮੈਂ ਕਿਹਾ ਯਾਰ ਇਹ ਕਰ ਕੀ ਰਹੇ ਹੈਗੇ ਨੇ, ਜਦ ਕਿ ਜਿਹੜੇ ਜਿੱਤੇ ਹੋਏ ਆਏ ਨੇ ਉਹ ਜਿੱਤੇ ਹੋਏ ਨੇ, ਜਿਨ੍ਹਾਂ ਦੇ ਨਹੀਂ ਪੂਰੇ ਉਹ ਨਹੀਂ ਪੂਰੇ, ਵੀ ਇੱਥੇ ਤੇ ਗੱਲ ਮੁੱਕ ਜਾਂਦੀ ਹੈ, ਸਿੱਧੀ ਸਿੱਧੀ ਕਹਾਣੀ ਹੋਣੀ ਚਾਹੀਦੀ ਹੈ। ਲੇਕਿਨ ਦੇਖੋ ਜੀ, ਸਭ ਤੋਂ ਵੱਡਾ ਮਸਲਾ, ਮੈਂ ਹੁਣੇ 1-2 ਦਿਨ ਪਹਿਲੇ ਕਿਸੇ ਦਾ ਵੀਡੀਓ ਦੇਖ ਰਿਹਾ ਸੀਗਾ, ਹਾਂਗਕਾਂਗ ਦੇ ਵਿੱਚ ਇੱਕ ਬਹੁਤ ਵੱਡਾ ਗੁਰਦੁਆਰਾ ਸਾਹਿਬ ਨੇ, ਉੱਥੇ ਅੱਜ ਤੱਕ ਇਲੈਕਸ਼ਨ ਨਹੀਂ ਹੋਈ। ਉੱਥੇ ਜਿਹੜੇ ਲੋਕ ਕਹਿੰਦੇ ਨੇ ਜੀ ਅਸੀਂ ਇਹ ਸੇਵਾ ਸੰਭਾਲਣਾ ਚਾਹੁੰਦੇ ਹਾਂ, ਗੁਰੂ ਸਾਹਿਬ ਦੇ ਸਾਹਮਣੇ ਉਹਨਾਂ ਦੇ ਨਾਂ ਦੀ ਪਰਚੀ ਪਾ ਦਿੰਦੇ ਨੇ, ਕਿਸੇ ਬੱਚੇ ਤੋਂ ਮੰਗਾ ਕੇ ਚੁਕਾ ਕੇ, ਤੇ ਉਹਨਾਂ ਨੂੰ ਸੇਵਾ ਦੇ ਦਿੱਤੀ ਜਾਂਦੀ, ਔਰ ਸੇਵਾ ਵਜੋਂ ਹੀ ਕਰਦੇ ਨੇ। ਇਹ ਇੱਥੇ ਕਿਉਂ ਨਹੀਂ ਹੋ ਸਕਦਾ? ਅਸੀਂ ਜੋ ਸੁਣਨ 'ਚ ਆਇਆ ਹੈ ਕਿ ਇੱਕ ਕੌਂਸਟੀਚੁਐਂਸੀ ਦੇ ਵਿੱਚ ਕਿਸੇ ਨੇ 2 ਕਰੋੜ ਰੁਪਏ ਖਰਚੇ ਨੇ, ਉसी ਕੌਂਸਟੀਚੁਐਂਸੀ 'ਚ ਕਿਸੇ ਨੇ 90 ਲੱਖ 1 ਕਰੋੜ ਖਰਚੇ। ਉਹਦਾ ਰੀਜ਼ਨ ਦੱਸ ਦਿੰਦਾ, ਉਹ ਅੱਜ ਕੱਲ੍ਹ ਸੀਡੀ ਬਣ ਚੁੱਕੀ ਹੈ। MCD ਇਲੈਕਸ਼ਨ, MLA ਇਲੈਕਸ਼ਨ ਇੱਕ ਪ੍ਰਥਾ ਬਣੀ ਜਦੋਂ ਅਕਾਲੀ ਦਲ ਬਾਦਲ ਆਇਆ, ਤੇ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਹੀ ਨੁਮਾਇੰਦੇ MLA ਵੀ ਬਣੇ, ਕਾਉਂਸਲਰ ਬਣੇ, ਤੇ ਹੁਣ CD ਬਣ ਚੁੱਕੀ ਹੈ ਗੁਰਦੁਆਰਾ ਕਮੇਟੀ MCD MLA ਦੀ ਟਿਕਟਾਂ ਪਾਉਣ ਵਾਸਤੇ। ਕਿਉਂਕਿ ਕੱਲ੍ਹ ਆਪ ਜੀ ਨੇ ਵੇਖਿਆ ਕਿ ਰਣਜੀਤ ਕੌਰ ਜੀ ਨੇ ਵੀ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਹੈ, ਜਿੱਤੀ ਜੀ ਦੇ ਆਪਣਾ ਘਰ ਦੇ ਜੀ ਹੈਗੇ ਨੇ ਨਾ, ਗਗਨਦੀਪ ਛਿਆਸੀ ਜੀ ਨੇ ਵੀ, ਉਹਨਾਂ ਦੇ ਯਾਦ ਮੇਰੇ ਖਿਆਲ ਭਤੀਜੇ ਹੈਗੇ ਨੇ, ਉਹਨਾਂ ਨੇ ਜੁਆਇਨ ਕਰ ਲਈ ਆਮ ਆਦਮੀ ਪਾਰਟੀ। ਤੇ ਲਗਾਤਾਰ ਇਹ ਚੱਲਦੀ ਪਈ ਹੈ। ਮੈਂ ਉਸ 'ਤੇ ਨਹੀਂ ਜਾ ਰਿਹਾ, ਮਗਰ ਮੈਂ ਜਾ ਰਿਹਾ ਕਿ ਇਹ ਜਿਹੜੀ ਪ੍ਰਥਾ ਸ਼ੁਰੂ ਕੀਤੀ ਮਨਜਿੰਦਰ ਸਿੰਘ ਸਿਰਸਾ ਵੱਲੋਂ, ਤਾਂ ਉਸ ਤੋਂ ਪਹਿਲੇ ਲਾਗੇ ਜਾ ਕੇ ਸ਼ੁਰੂ ਹੋਈ ਕਿ MLA ਕਾਉਂਸਲਰ ਬਣਨਾ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ, ਕੀ ਇਹ ਪ੍ਰਥਾ ਠੀਕ ਹੈਗੀ ਹੈ? ਇੱਥੇ ਸਭ ਤੋਂ ਵੱਡੀ ਗਲਤੀ ਦਿੱਲੀ ਦੀ ਆਪਣੀ ਸੰਗਤ ਦੀ ਹੈ। ਮੈਂ ਜੇ ਕੁਝ ਦਿਨ ਪਹਿਲੇ ਵੀ ਪਾਇਆ ਸੀਗਾ ਕਿ ਜੇਕਰ ਗੁਰਦੁਆਰਾ ਮੈਂਬਰੀ ਜਿੱਤਿਆ ਹੋਇਆ ਬੰਦਾ ਕਿਸੇ ਵੀ ਮੇਨ ਸਟ੍ਰੀਮ ਪੋਲੀਟਿਕਸ ਦੇ ਵਿੱਚ ਜਾਂਦਾ ਹੈ, ਇਹਦੇ 2 ਪੱਖ ਨੇ। ਜੇਕਰ ਤੇ ਉਹ ਕਿਰਦਾਰ ਵਾਲਾ ਹੈ, ਔਰ ਉਹ ਗੁਰਦੁਆਰੇ ਦੀ ਸੇਵਾ ਵੀ ਕਿਰਦਾਰ ਨਾਲ ਬਿਨਾਂ ਗੋਲਕਾਂ ਖਾਦੇ ਕਰ ਰਿਹਾ ਹੈ, ਔਰ ਫਿਰ ਉਹ ਪੰਥ ਦੀ ਕੋਈ ਨੁਮਾਇੰਦਗੀ ਕਿਸੇ ਸਰਕਾਰ 'ਚ ਜਾ ਕੇ ਕਰਦਾ, ਤੇ ਬੜੀ ਚੰਗੀ ਗੱਲ ਹੈ ਜੇਕਰ ਉਹਦੇ ਅੰਦਰ ਇਹ ਦਰਦ ਹੈਗਾ। ਤੇ ਜੇਕਰ ਸਿਰਫ ਇਹ ਸੀੜੀ ਹੀ ਹੈ, ਤੇ ਫਿਰ ਦਿੱਲੀ ਦੀ ਸੰਗਤ ਨੂੰ ਉਸ ਇਲਾਕੇ ਤੋਂ ਜਿਹੜਾ ਮੈਂਬਰ ਜਿੱਤ ਕੇ ਕਿਸੇ ਪਾਰਟੀ ਜਾ ਰਿਹਾ ਹੈ, ਉਹਨੂੰ ਉੱਥੇ ਬਾਈਕਾਟ ਕਰਨਾ ਚਾਹੀਦਾ, ਔਰ ਉਹਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਗੁਰਦੁਆਰੇ ਦੀ ਮੈਂਬਰੀ ਤੋਂ ਰਿਜ਼ਾਈਨ ਕਰੇ। ਰਿਜ਼ਾਈਨ ਕਰਨ ਤੋਂ ਬਾਅਦ ਉਹ ਜਿਹੜੀ ਵੀ ਪਾਰਟੀ ਦੇ ਵਿੱਚ ਜਾਣਾ ਚਾਹੁੰਦਾ ਆਪਣਾ ਜਾਏ, ਉਹਦੀ ਜ਼ਿੰਦਗੀ ਹੈ, ਉਹਦਾ ਕੰਮ ਹੈਗਾ। ਲੇਕਿਨ ਇਹ CD ਬਣਾ ਕੇ ਆਉਣਾ, ਇਹ ਦੈਟ ਇਜ਼ ਨਾਟ ਡਨ। ਔਰ ਇਹ ਦਿੱਲੀ ਦੀ ਜਾਗਰੂਕ ਸੰਗਤ ਨੂੰ ਬਿਲਕੁਲ ਇਹ ਮੁਹਿੰਮ ਹੁਣ ਚਲਾਉਣੀ ਪਏਗੀ। ਹੁਣ ਇੱਕ ਖਬਰ ਹੋਰ ਬਾਰ-ਬਾਰ ਨਿਕਲ ਕੇ ਆਉਂਦੀ ਹੈ ਕਿ ਇਹ ਟੀਮ ਸਿਰਸਾ, ਟੀਮ ਕਾਲਕਾ ਜਿਹੜੀ ਹੈਗੀ ਸੀ, ਇਹ ਅਕਾਲੀ ਦਲ ਬਾਦਲ ਦਾ ਨਾਮ ਨਹੀਂ ਲੈ ਰਹੀ। ਸੰਗਤ ਦੇ ਚੁਣੇ ਨੁਮਾਇੰਦੇ ਕਹਿ ਰਹੀ ਹੈ ਅਕਾਲੀ ਦਲ ਬਾਦਲ ਦਾ ਨਾਮ ਨਹੀਂ ਲੈ ਰਹੀ ਹੈ। ਕਿ ਲੱਗਦਾ ਹੈ ਕਿ ਅਕਾਲੀ ਦਲ ਬਾਦਲ BJP ਦਾ ਜਿਹੜਾ ਲਾਈਨ ਸੁੱਟਿਆ ਹੈ, ਹੁਣ BJP ਨੇ SGPC ਅਕਾਲੀ ਦਲ ਬਾਦਲ ਦੀ ਹੋ ਗਈ, ਤੇ DSGMC BJP ਦੀ ਹੋ ਗਈ। ਦੇਖੋ ਜੀ, ਹੁਣ ਤੇ ਜੇਕਰ ਇਹ ਆਪਣੇ ਮੂੰਹੋਂ ਇਹਨਾਂ ਦੇ ਆਪਣੇ ਮੈਂਬਰ ਹੀ ਕਹਿਣ ਲੱਗ ਪੈਣਗੇ ਕਿ ਵੀ ਅਕਾਲੀ ਦਲ ਬਾਦਲ ਦਾ ਨਾਂ ਕਿਧਰੇ ਨਹੀਂ ਹੈਗਾ, ਤੇ ਫਿਰ ਇਹ ਤੇ ਆਪਣੇ ਆਪ ਦੇ ਵਿੱਚ ਸਪਸ਼ਟ ਹੁੰਦਾ ਚਲਾ ਜਾਏਗਾ। ਤੇ ਕਲੈਰੀਫਿਕੇਸ਼ਨ ਹੁਣ ਦੇ ਮੌਜੂਦਾ ਜਿਹੜੀ ਕਮੇਟੀ ਦੇ ਪ੍ਰਧਾਨ ਨੇ, ਉਹਨਾਂ ਨੂੰ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਹੈ ਕਿ ਵੀ ਇਹ ਪਾਰਟੀ ਆਈ ਕਿਹਦੀ ਹੈ, ਕਮੇਟੀ ਕਿਹਦੀ ਆਈ ਹੈਗੀ ਹੈ। ਦਿਸ ਸ਼ੁੱਡ ਬੀ ਕਲੈਰੀਫਾਈਡ, ਔਰ ਇਹ ਸੰਗਤ ਤੱਕ ਪਹੁੰਚਣੀ ਵੀ ਚਾਹੀਦੀ ਹੈ, ਕਿਉਂਕਿ ਲੋਕਾਂ ਦਾ ਹੱਕ ਬਣਦਾ ਹੈ ਜਾਣਨਾ ਬੇਸਿਕਲੀ। ਤੇ ਮੈਨੂੰ ਗੱਲ ਦਾ ਜਵਾਬ ਦਿਓ ਸਿੱਧਾ ਸਿੱਧਾ, ਮੈਂ ਆਪ ਜੀ ਤੋਂ ਸਿੱਧੇ ਜਵਾਬ ਦੀ ਉਮੀਦ ਕਰਦਾ ਕਿ ਆਪ ਜੀ ਮੰਨਦੇ ਹੋ ਕਿ BJP RSS ਦਾ ਕਬਜ਼ਾ ਹੋਇਆ DSGMC ਦੇ ਉੱਤੇ ਕਿ ਨਹੀਂ? ਦੇਖੋ ਜੀ, ਉਹ ਤੇ ਹੁਣ ਤੁਹਾਨੂੰ ਹੁਣੇ ਹੀ ਪਤਾ ਲੱਗ ਜਾਏਗਾ। ਜਿਹੜੇ ਬੰਦੇ ਮੈਂਬਰ ਬਣ ਕੇ BJP ਦੇ ਵਿੱਚ ਜਾਣਗੇ, ਔਰ ਤੁਹਾਨੂੰ ਮੈਜੋਰਿਟੀ ਨਜ਼ਰ ਆ ਜਾਏਗੀ, ਤੇ ਫਿਰ ਆਪਣੇ ਆਪ ਕਲੀਅਰ ਹੋ ਜਾਏਗਾ। ਨਾਲ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ, BJP ਦਾ ਕਬਜ਼ਾ ਜਾਂ BJP ਦੀ ਅਲਾਇੰਸ ਅਕਾਲੀ ਦਲ ਦੇ ਨਾਲ ਬਹੁਤ ਪਹਿਲੇ ਸੀਗੀ, ਠੀਕ ਹੈ। ਤੇ ਫਿਰ ਇਨਡਾਇਰੈਕਟਲੀ ਇਹ ਵੀ ਕਿਹਾ ਜਾ ਸਕਦਾ ਵੀ BJP ਪਹਿਲੇ ਹੀ ਕਾਬਜ਼ ਸੀ। ਜੇਕਰ ਅੱਜ ਨੁਮਾਇੰਦੇ ਜਿਹੜੇ ਨੇ, ਉਹਨਾਂ ਤੋਂ ਕਈ ਬੰਦੇ ਜਿਹੜੇ ਜਿੱਤੇ ਹੋਏ ਨੇ। 10 ਪੈਸੇ ਦਾ ਪਾਰਟਨਰ ਔਰ 100 ਪੈਸੇ ਦਾ ਮਾਲਕ ਫਰਕ ਹੁੰਦਾ ਹੈ। BJP ਪੰਜਾਬ ਦੇ ਅੰਦਰ ਅਕਾਲੀ ਦਲ 10 ਪੈਸੇ ਦੀ ਪਾਰਟਨਰ ਸੀ ਜੀ, ਤੇ ਹੁਣ 100 ਪੈਸੇ ਦਾ ਮਾਲਕ ਹੋ ਚੁੱਕੀ ਹੈ। ਫਰਕ ਹੈਗਾ ਇਸ ਗੱਲ ਦੇ ਅੰਦਰ, ਇਹ ਗੱਲ ਨੂੰ ਮੰਨੋ। ਦੇਖੋ ਉਹਦੇ ਨਾਲ, ਕਿਉਂਕਿ ਸਾਡੇ ਕੁਝ ਕਾਉਂਸਲਰ ਵੀ BJP ਤੋਂ ਹੈਗੇ ਨੇ, ਜਿਹੜੇ ਮੈਂਬਰ ਵੀ ਨੇ। ਜਿਹੜੇ ਅੱਜ ਦੀ ਮੌਜੂਦਾ ਗੱਲ ਹੈ, ਜੋ ਤੁਸੀਂ ਪਿਛਲਾ ਸਵਾਲ ਪੁੱਛਿਆ ਸੀ, ਮੈਂ ਅੱਜ ਵੀ ਇਹ ਕਹਿੰਦਾ ਕਿ ਜੋ ਮੌਜੂਦਾ ਪ੍ਰਧਾਨ ਬਣੇ ਨੇ, ਉਹਨਾਂ ਨੂੰ ਇਹ ਗੱਲ ਦੀ ਕਲੈਰਿਟੀ ਕਰਨੀ ਚਾਹੀਦੀ ਹੈ ਕਿ ਕਮੇਟੀ ਕਿਹਦੀ ਆਈ ਹੈ। ਜੇਕਰ ਤੇ ਉਹ ਕਹਿੰਦੇ ਨੇ ਕਿ ਕਮੇਟੀ ਅਕਾਲੀ ਦਲ ਬਾਦਲ ਦੀ ਆਈ ਹੈ, ਤੇ ਗੱਲ ਕਲੈਰਿਟੀ ਹੋ ਗਈ ਵੀ ਇਹਦੇ 'ਚ BJP ਦਾ ਅਜੇ ਤੇ ਕੋਈ ਰੋਲ ਨਹੀਂ ਹੈਗਾ। ਤੇ ਜੇਕਰ ਉਹ ਇਸ ਗੱਲ ਦੀ ਕਲੈਰਿਟੀ ਨਹੀਂ ਕਰਦੇ, ਫਿਰ ਉਹਦੇ ਪ੍ਰੈਵਾਚੀ ਬੜੇ ਸਾਰੇ ਨੇ। ਫਿਰ ਤੇ ਉਹ ਤੁਸੀਂ RSS ਵੀ ਕਹਿ ਦਿਓ, BJP ਵੀ ਕਹਿ ਦਿਓ, ਆਪ ਵੀ ਕਹਿ ਦਿਓ, ਕਿਉਂਕਿ ਜਿਹੜਾ ਮੈਂਬਰ ਹੁਣ ਜਿਹੜੀ ਪਾਰਟੀ ਦੇ ਵਿੱਚ ਚੱਲਦਾ ਜਾਏਗਾ,
ਕਿਉਂਕਿ ਹੁਣ ਤੁਸੀਂ ਆਪ ਹੀ ਕਿਹਾ ਵੀ ਜਾਣੇ ਸ਼ੁਰੂ ਹੋ ਗਏ ਨੇ। ਆਉਣ ਵਾਲੇ ਮੈਂ ਜੋ ਸੁਣਿਆ ਹੈਗਾ ਕਿ ਆਉਣ ਵਾਲੇ 5-7 ਦਿਨਾਂ ਦੇ ਵਿੱਚ ਹੋਰ ਬੜਿਆਂ ਨੇ ਚਲੇ ਜਾਣਾ ਹੈਗਾ, ਤੇ ਕਲੈਰਿਟੀ ਆਪਣੇ ਆਪ ਆ ਜਾਣੀ ਹੈ। ਅੱਜ ਕੱਲ੍ਹ ਕੋਈ ਨਾਸ਼ਾ ਹੈਗੇ ਨੇ ਕਿਸੇ ਦੇ ਸੰਗਤ ਨੂੰ ਪਤਾ ਚੱਲ ਜਾਏ ਕੌਣ ਜਾ ਰਿਹਾ ਹੈ? ਨਹੀਂ ਦੇਖੋ ਗੱਲ ਇਸ ਤਰ੍ਹਾਂ ਹੈ ਨਾਂ ਤੇ ਹੈਗੇ ਨੇ, ਦੱਸ ਦਿਓ। ਨਹੀਂ ਨਾਂ ਤੇ ਹੈਗੇ ਨੇ, ਦੱਸ ਦਿਓ ਫਿਰ। ਗੁਰਦਾਸ ਸਿੰਘ ਝੂਠ ਨਹੀਂ ਬੋਲਦਾ ਤੇ ਲੁਕਾਉਂਦਾ ਕੁਝ ਨਹੀਂ ਹੈਗਾ। ਤੇ ਝੂਠ ਔਰ ਛੁਪਾਉਣ ਵਾਲੀ ਗੱਲ ਨਹੀਂ ਹੁੰਦੀ। ਕਈ ਵਾਰੀ ਕੀ ਹੁੰਦਾ ਹੈਗਾ ਕਿ ਜਿਹੜੀਆਂ ਚੀਜ਼ਾਂ ਬਾਣੀ ਦੇ ਵਿੱਚ ਨਾ ਫਿਊਚਰ ਨੂੰ ਪ੍ਰਿਡਿਕਟ ਕਰਨਾ ਮੰਨਿਆ ਨਹੀਂ ਜਾਂਦਾ, ਸਿੱਖੀ ਸਿਧਾਂਤ ਹੈਗਾ। ਮੈਂ ਗੱਲ ਨੂੰ ਡਿਸਕਲੋਜ਼ ਕਰਨ ਦੀ ਗੱਲ ਕਰ ਰਿਹਾ, ਪ੍ਰੈਡਿਕਸ਼ਨ ਦੀ ਗੱਲ ਨਹੀਂ ਕਰ ਰਿਹਾ, ਡਿਸਕਲੋਜ਼ ਕਰਨ। ਦੇਖੋ ਡਿਸੀਜਨ ਉਹਨਾਂ ਦੇ ਨੇ, ਕਿਉਂਕਿ ਜਿਹੜੇ ਬੰਦੇ ਨੇ ਉਹ ਸਵੇਰੇ ਤੱਕ ਕਿਸੇ ਇੱਕ ਪਾਰਟੀ ਜਾਣ ਦੀ ਗੱਲ ਕਰ ਰਹੇ ਹੁੰਦੇ ਨੇ, ਸ਼ਾਮ ਤੱਕ ਕਿਸੇ ਹੋਰ ਪਾਰਟੀ ਜਾਣ ਦੀ ਗੱਲ ਕਰ ਰਹੇ ਹੁੰਦੇ ਨੇ। ਸੋ ਅਜੇ ਤੱਕ ਇਹਨਾਂ ਦੇ ਆਪਣੇ ਹੀ ਤਾਲਮੇਲ ਨਹੀਂ ਸੈੱਟ ਹੋ ਰਹੇ। ਜਦੋਂ ਤਾਲਮੇਲ ਸੈੱਟ ਹੋਣਗੇ ਤੇ ਤੁਹਾਡੇ ਵਰਗੇ ਜੁਝਾਰੂ ਜਿਹੜੇ ਕੈਮਰਾਮੈਨ ਔਰ ਮਾਈਕ ਵਾਲੇ ਨੇ ਉੱਥੇ ਪਹੁੰਚ ਕੇ ਉਹਨਾਂ ਦੇ ਆਪਣੇ ਆਪ ਸਵਾਲ ਪੁੱਛ ਲੈਣਗੇ। ਮੈਂ ਕਿਸੇ ਦੇ ਬਾਰੇ ਕੀ ਨਾਂ ਲੈਣਾ ਇਹਦੇ ਅੰਦਰ। ਕਮਾਲ ਸਿੰਘ ਜੀ, ਲਾਸਟ ਸਵਾਲ ਕਰਦੇ ਆ। ਲੋਕੀ ਆਪ ਜੀ ਨੂੰ ਸੁਣਦੇ ਵੀ ਨੇ, ਗੱਲ ਵੀ ਕਰਦੇ ਨੇ ਆਪ ਜੀ ਬਾਰੇ। ਆਪ ਜੀ ਦੇ ਵਿਚਾਰ ਵੀ ਕਾਫੀ ਮਤਲਬ ਡੂੰਘੇ ਹੁੰਦੇ ਨੇ, ਗਹਿਰੀ ਗਹਿਰਾਈ ਹੁੰਦੀ ਉਹਦੇ ਅੰਦਰ। ਸੰਗਤ ਨੂੰ ਮੈਸੇਜ ਕੀ ਦੇਣਾ ਚਾਹੋਗੇ ਕਿ ਇਹ ਜਿਹੜੇ ਇਲੈਕਸ਼ਨ ਪ੍ਰੋਸੈਸ ਦੇ ਅੰਦਰ ਇਹ ਜਿਹੜੀ ਸੀਡੀ ਬਣ ਗਈ ਹੈ ਐਮਸੀਡੀ ਦੀ, ਇਹਨਾਂ ਨੂੰ ਜੇ ਅੱਜ ਪਾਰਟੀ ਜੁਆਇਨ ਕਰ ਰਹੇ ਨੇ, ਕਹਿ ਰਹੇ ਨੇ ਸਾਨੂੰ ਟਿਕਟ ਦਾ ਲਾਲਚ ਨਹੀਂ ਹੈਗਾ, ਤੇ ਅੱਗੇ ਜਾ ਕੇ ਜੇ ਇਹਨੂੰ ਟਿਕਟ ਲੈ ਲੈਂਦੇ ਨੇ, ਜਾਂ ਟਿਕਟ ਵਾਸਤੇ ਮੈਨੂੰ ਪਤਾ ਕਿੰਨਾ ਲਾਲਚ ਹੈਗਾ ਕਿੰਨਾ ਨਹੀਂ ਹੈਗਾ, ਜੇ ਟਿਕਟ ਦਾ ਲਾਲਚ ਨਹੀਂ ਹੈਗਾ ਤੇ ਕੀ ਇਹ ਟਿਕਟ ਨਹੀਂ ਲੈਣਗੇ ਜਾਂ ਲੈਣਗੇ? ਦੇਖੋ ਜੀ, ਮੈਂ ਇਹ ਹੁਣ ਸੰਗਤ ਨੂੰ ਸੰਬੋਧਨ ਹੋ ਕੇ ਗੱਲ ਕਰਨਾ, ਇਹ ਮੇਰੀ ਹੱਥ ਦੀ ਬੇਨਤੀ ਹੈ। ਜੇਕਰ ਤੁਸੀਂ ਆਪਣੇ ਇਲਾਕਿਆਂ 'ਚੋਂ ਜਿਹੜੇ ਮੈਂਬਰਾਂ ਨੂੰ ਜਿਤਾਇਆ ਉਹ ਕਿਸੇ ਵੀ ਪਾਰਟੀ ਦੇ ਹੋਣ, ਜੇਕਰ ਅੱਜ ਉਹ ਤੁਹਾਡੇ ਅੱਗੇ ਕਿਸੇ ਹੋਰ ਪੋਲੀਟੀਕਲ ਮੇਨਸਟ੍ਰੀਮ ਪਾਰਟੀ ਦੇ ਵਿੱਚ ਜਾ ਰਹੇ ਨੇ, ਤੁਹਾਨੂੰ ਆਪਣੇ ਇਲਾਕੇ ਤੋਂ ਪਹਿਲੀ ਗੱਲ ਉਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ, ਔਰ ਉੱਥੇ ਦੀ ਸੰਗਤ, ਜਾਗਰੂਕ ਸੰਗਤ ਨੂੰ ਇਕੱਠੇ ਹੋ ਕੇ ਉਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਕਿ ਆਪਣੀ ਮੈਂਬਰੀ ਤੋਂ ਅਸਤੀਫਾ ਦੇਣ, ਔਰ ਉਸ ਤੋਂ ਬਾਅਦ ਉਹ ਜਿਹੜੀ ਮਰਜ਼ੀ ਪਾਰਟੀ ਦੇ ਵਿੱਚ ਜਾਣ। ਇਹ ਸੀਡੀ ਬਣਾਉਣ ਦਾ ਸਿਸਟਮ, ਇਹ ਸੀਡੀ ਕ੍ਰੀਏਟ ਕਰਨ ਦਾ ਸਿਸਟਮ ਸੰਗਤ ਤੁਸੀਂ ਆਪ ਕਰਾ ਰਹੇ ਹੋ, ਕਿਉਂਕਿ ਉਹਨਾਂ ਲੋਕਾਂ ਨੂੰ ਸੰਗਤ ਦਾ ਕੋਈ ਡਰ ਹੀ ਨਹੀਂ ਹੈਗਾ। ਉਹ ਕਹਿੰਦੇ ਨੇ ਸਾਡਾ ਵਿਗਾੜ ਕੋਈ ਕੀ ਲੇਗਾ, ਅਸੀਂ ਕਿਸੇ ਦਾ ਕੋਈ ਘਰ ਆ ਕੇ ਮੇਰੇ ਥੋੜੀ ਕੋਈ ਕਹਿ ਜਾਏਗਾ ਅੱਜ ਤੇ ਮੈਂ ਜਾ ਰਿਹਾ, ਬਲਕਿ ਹੋਰ 200 ਰੁਪਏ ਪਾਣ ਚਲੇ ਜਾਂਦੇ ਨੇ। ਮੈਂ ਬੜੀ ਵਾਰ ਕਹਿੰਦਾ ਹੁੰਦਾ, ਇਹਨਾਂ ਨੂੰ ਸਰੋਪੇ ਨਾ ਪਾਓ, ਇਹਨਾਂ ਨੂੰ ਸਵਾਲ ਪੁੱਛੋ ਕੌਮ ਦਾ ਕੀ ਕੀਤਾ ਜੇ, ਕਿਉਂਕਿ 3 ਮੇਨ ਮੁੱਦੇ ਨੇ ਸਾਡੀ ਕੌਮ ਦੇ: ਦਵਾਈ, ਪੜ੍ਹਾਈ, ਕਮਾਈ। ਤਿੰਨਾਂ ਦੇ ਉੱਪਰ ਕੋਈ ਕੁਝ ਨਹੀਂ ਕਰ ਰਿਹਾ, ਲਿਟਰਲੀ ਨਹੀਂ ਕਰ ਰਿਹਾ। ਔਰ ਪਲੀਜ਼ ਸੰਗਤ ਨੂੰ ਬੇਨਤੀ ਹੈ, ਇਸ ਲਹਿਰ ਨੂੰ, ਮੈਂ ਇਹਦਾ ਨਾਂ ਜੋ ਗੁਰੂ ਨੇ ਬਖਸ਼ਿਆ ਮੈਂਬਰ ਸੁਧਾਰ ਲਹਿਰ, ਇਹ ਮੈਂ ਕੱਲ੍ਹ ਵੀ ਇੱਕ ਵੀਡੀਓ ਪਾਇਆ ਔਰ ਉਸ ਤੋਂ ਪਹਿਲੇ ਫੇਸਬੁੱਕ 'ਤੇ ਵੀ ਪਾਇਆ। ਮੈਂ ਫਿਰ ਬੇਨਤੀ ਕਰਾਂਗਾ ਦਿੱਲੀ ਦੀ ਸੰਗਤ ਨੂੰ, ਜੇਕਰ ਜਿੱਤਿਆ ਹੋਇਆ ਮੈਂਬਰ ਕਿਸੇ ਮੇਨ ਸਟ੍ਰੀਮ ਪਾਰਟੀ ਜਾਂਦਾ ਹੈ, ਉਹਨੂੰ ਮਜਬੂਰ ਕੀਤਾ ਜਾਏ ਕਿ ਉਹ ਆਪਣੀ ਮੈਂਬਰੀ ਤੋਂ ਅਸਤੀਫਾ ਦੇਵੇ। ਇਹ ਸੀਡੀ ਬਣਨ ਵਾਲਾ ਚਲਨ ਤੁਸੀਂ ਅੱਜ ਫੁੱਲ ਸਟਾਪ ਲਗਾਓਗੇ ਤੇ ਅੱਗੇ ਤੱਕ ਅਸਰ ਹੋਏਗਾ। ਜੇਕਰ ਅੱਜ ਨਹੀਂ ਰੋਕੋਗੇ ਤੇ ਫਿਰ ਆਉਣ ਵਾਲੀਆਂ ਹਰ ਇਲੈਕਸ਼ਨਾਂ ਦਾ ਇਹੋ ਹੀ ਤੁਹਾਨੂੰ ਦੇਖਣਾ ਪਏਗਾ। ਤੁਸੀਂ ਇਹਨਾਂ ਦਾ ਕੁਝ ਨਹੀਂ ਵਿਗਾੜ ਪਾਓਗੇ, ਹੋਰ ਪਾਵਰਫੁਲ ਹੁੰਦੇ ਜਾਣਗੇ। ਐਸੀ ਕਮਾਲਜੀਤ ਸਿੰਘ ਜੀ, ਜਿਹੜੇ ਵੀ ਗੱਲ ਬੜੀ ਬੇਬਾਕੀ ਨਾਲ ਰੱਖਦੇ ਨੇ, ਤੇ ਅੱਜ 99% ਬੇਬਾਕੀ ਨਾਲ ਰੱਖੀ ਹੈ। 1% ਨਾ ਖੋਲਣ ਦੀ ਗੱਲ ਸੀ ਨਹੀਂ ਕੀਤੀ, ਬਾਕੀ ਸਾਰੇ ਓਪਨ ਰਹੇ ਨੇ। ਦੇਖਦੇ ਰਹੋ ਵੌਇਸ ਆਫ ਇੰਡੀਆ।